भाई साहब भाई गुरमीत सिंह जी पासों आप जी गुर इतिहास गुर विचार सरन करो जी। वाहिगुरु जी का खालसा वाहिगुरु जी की फतेह। वाहिगुरु साहिब जी। तू सुल्तान कहाँ हो मियाँ, तेरी कवन वडाई। जो तू देह सो कहाँ स्वामी, मैं मूर्ख कहन न जाई। अब मैं कौन उपाय करूं, जे बिद मन को संसा चुकै, पौ निद पार परों। अब मैं कौन उपाय करूं, जे बिद मन को संसा चुकै, पौ निद पार परों। जन्म पाए कछ पलो न कीनो, ताते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपजियो, पश ज्यों उदर परों। कहो नानक प्रभ बिरद पछानो, तब हों पतित तरों। कहो नानक प्रभ बिरद पछानो, तब हों पतित तरों। धन धन श्री गुरु ग्रंथ साहिब महाराज सच्चे पातशाह जी दी पावन पवित्र हजूरी च बैठी गुरु रूप गुरु प्यारी साध संगत जी, आप वडभागी हो। अज दे विशेष गुरमत समागम नौवें पातशाह धन धन श्री गुरु तेग बहादुर महाराज पातशाह जी। तेग बहादुर सिमरे है, घर नौनिध आवे धाए, सब थाई होए सहाय। ऐसे दीन दयाल सतगुरु महाराज तिन्हां दे पावन 400 साला प्रकाश दिहाड़े की खुशी नूं मुख रखदिआं आप सरबत संगत गुरु चरनां विच जुड़ बैठे हो। आप सारिआं नूं सब तो पहलां पातशाह जी दे पावन प्रकाश दिहाड़िआं नूं बहुत बहुत वधाई होवे। सतगुरु गुरु तेग बहादुर महाराज पातशाह जी दा पावन प्रकाश गुरु के महल श्री अमृतसर साहिब विखे मीरी पीरी दे मालक धन धन गुरु हरगोबिंद साहिब महाराज पातशाह जी दे गृह माता नानकी जी दी कुख तो अप्रैल 1621 नूं होया, जिस वेले सच्चे पातशाह जी दा पावन प्रकाश होया। अमृत वेले दा समा सी। मीरी पीरी दे मालक धन गुरु हरगोबिंद साहिब सच्चे पातशाह जी आसा दी वार दा कीर्तन सरवण करके दरबार साहिब तो आ रहे सन। जिस वेले गृह विखे पहुंचे हन, संगतां ने वधाइयां दित्तियां। सतगुरु महाराज पातशाह जी ने नवजात शिशु नूं, इस बालक नूं जो घर विच परमेश्वर ने दात बख्शी है, पातशाह जी ने अपने कर कमलों विच लिया और लेके कुछ बचन आखे। कहन लगे, ए महान बालक। नाल महाराज ने नन्हे नन्हे पैरां ते नमस्कार भी कीती। ये अनोखी बात सी। पहले भी महाराज दे 4 पुत्र
ਅਤੇ ਇੱਕ ਬੱਚੀ ਦਾ ਜਨਮ ਹੋ ਚੁੱਕਾ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਇੱਕ ਬੱਚੀ ਸੀ ਬੀਬੀ ਵੀਰੋ ਜੀ। ਪਾਤਸ਼ਾਹ ਜੀ ਨੇ ਪਹਿਲੇ ਬੱਚਿਆਂ ਦੇ ਜਨਮ ਵੇਲੇ ਨਮਸਕਾਰ ਨਹੀਂ ਕੀਤੀ। ਜਦੋਂ ਇਸ ਬੱਚੇ ਨੂੰ ਦੇਖਿਓ ਨੇ ਤੇ ਮਹਾਰਾਜ ਨੇ ਸਿਰ ਝੁਕਾ ਦਿੱਤਾ ਤੇ ਕੋਲ ਖੜੇ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਅਨੋਖੀ ਬਾਤ ਆਪਨੇ ਸਿਰ ਝੁਕਾਇਆ ਹੈ। ਕਹਿਣ ਲੱਗੇ, ਸਿੱਖੋ ਇਹ ਮਹਾਨ ਬਾਲਕ ਧਰਮ ਰੱਖਿਅਕ ਹੋਵੇਗਾ, ਇਹ ਗਰੀਬਾਂ ਦੀ ਰੱਖਿਆ ਕਰੇਗਾ, ਗਰੀਬਾਂ ਦੀ ਬਾਹ ਫੜੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਕੁਝ ਬਚਨ ਕਹੇ। ਪਾਪ ਮਹਾਰਾਜ ਜਾਣਦੇ ਸਨ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਿਸ ਆਇਆ। ਭਾਵੇਂ ਸਮਾਂ ਲੱਗੇਗਾ, 9ਵੇਂ ਸਥਾਨ ਤੇ ਇਹ ਸੁਭਾਈਮਾਨ ਹੋਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਾਲਣ ਪੋਸ਼ਣ ਹੋਇਆ ਬਿਲਕੁਲ, ਕਿਉਂਕਿ ਸਮਾਂ ਥੋੜਾ ਸੀ, ਸੰਖੇਪ ਵਿੱਚ ਚੱਲਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਕਹਿੰਦਾ ਨਾਮਕਰਨ ਕੀਤਾ ਗਿਆ। ਕਈਆਂ ਨੇ ਲਿਖਿਆ ਤਿਆਗਮਲ, ਮਹਾਰਾਜ ਨੇ ਤਿਆਗਮਲ ਨਾਮ ਕੀ ਰੱਖਿਆ। ਜਦੋਂ ਬਚਪਨ ਵਿੱਚ 4 ਸਾਲ ਦੇ ਹੋਏ, ਬਚਪਨ ਤੋਂ ਹੀ ਬੈਰਾਗੀ ਤਿਆਗੀ ਸੁਭਾਅ ਦੇ ਮਾਲਕ ਸਨ। ਬਹੁਤ ਘੱਟ ਬੋਲਦੇ ਸਨ, ਅੱਖਾਂ ਨੀਵੀਆਂ ਕਰਕੇ ਚੱਲਦੇ ਸਨ। ਇੱਕ ਦਿਨ ਦਰਬਾਰ ਵਿੱਚ ਅੱਖਾਂ ਨੀਵੀਆਂ ਕਰਕੇ ਜਦੋਂ ਆਏ, ਮਹਾਰਾਜ ਨੇ ਪੁੱਛਿਆ, ਬੇਟਾ ਤੁਸੀਂ ਹਮੇਸ਼ਾ ਅਸੀਂ ਦੇਖਦੇ ਹਾਂ ਬੜੇ ਗੰਭੀਰ ਵਿੱਚ ਅੱਖਾਂ ਨੀਵੀਆਂ ਕਰਕੇ ਕਿਉਂ ਆਉਂਦੇ ਹੋ? ਤੇ ਬਚਨ ਸੀ ਤਿਆਗਮਲ ਜੀ ਦਾ, ਮਹਾਰਾਜ ਅੰਦਰੋਂ ਜੀਵ ਗੁਨਾਹਾਂ ਦਾ ਭਰਿਆ ਹੋਵੇ, ਪਾਤਸ਼ਾਹ ਉੱਪਰ ਅੱਖਾਂ ਕਿਵੇਂ ਚੁੱਕ ਸਕਦਾ ਹੈ? ਸੱਚੀ ਇਹ ਸਾਡੇ ਲਈ ਬੜੀ ਵੱਡੀ ਸੇਧ ਸੀ। ਅਸੀਂ ਭਾਵੇਂ ਪੜ੍ਹਦੇ ਜ਼ਰੂਰ ਹਾਂ, ਪਾਤਸ਼ਾਹ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਅੰਦਰੋਂ ਮਹਿਸੂਸ ਕਰ ਰਹੇ ਸਨ, ਕਹਿੰਦੇ ਪਾਤਸ਼ਾਹ ਮੇਰੇ ਅੰਦਰ ਗੁਨਾਹ ਬੜੇ ਹਨ, ਆਪ ਦੀ ਸੰਗਤ ਵਿੱਚ ਬੈਠੇ ਗੁਰਸਿੱਖ ਮਹਾਨ ਗੁਣਾਂ ਵਾਲੇ ਹਨ ਤੇ ਮੈਂ ਇਹਨਾਂ ਨਾਲ ਕਿਵੇਂ ਅੱਖ ਮਿਲਾ ਸਕਦਾ? ਭਾਵ ਅੰਦਰੋਂ ਐਨੇ ਨਿਮਰਤਾ ਵਿੱਚ, ਐਨੇ ਗੰਭੀਰ ਬਚਪਨ ਤੋਂ ਰਹਿੰਦੇ ਸਨ। ਬਹੁਤੀ ਕਿਸੇ ਨਾਲ ਗੱਲ ਨਹੀਂ ਸੀ ਕਰਦੇ, ਸਦਾ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਨਾ, ਨਾਲ ਨਾਲ ਸੰਗਤ ਵਿੱਚ ਜਾ ਕੇ ਜਦੋਂ ਸਮਾਂ ਬਣਦਾ ਤੇ ਸੇਵਾ ਕਰਨੀ। ਖਾਸ ਕਰਕੇ ਕਿਉਂਕਿ ਕੁਝ ਘਟਨਾਵਾਂ ਭਾਵਾਂ ਕਿ ਆਪਨੇ ਪਹਿਲੇ ਸੁਣੀਆਂ ਹਨ। 4 ਸਾਲ ਦੇ ਹੋਏ, 4 ਸਾਲ ਦੀ ਉਮਰ ਵਿੱਚ ਇੱਕ ਐਸੀ ਮਹਾਨ ਅਨੋਖੀ ਮਹਾਰਾਜ ਦੇ ਜੀਵਨ ਨਾਲ ਘਟਨਾ ਘਟੀ ਹੈ। ਸੱਚੇ ਪਾਤਸ਼ਾਹ ਜੀ ਬਾਬਾ ਗੁਰਦਿੱਤਾ ਜੀ ਦਾ ਜਿਸ ਵੇਲੇ ਵਿਆਹ ਦਾ ਕਾਰਜ ਹੋ ਰਿਹਾ ਸੀ, ਉਸ ਵੇਲੇ ਮਾਤਾ ਨਾਨਕੀ ਜੀ ਨੇ ਸੁੰਦਰ ਪੁਸ਼ਾਕ ਪਹਿਨਾਈ ਹੈ। ਹਰ ਮਾਂ ਆਪਣੇ ਬੱਚੇ ਨੂੰ ਸਜਾਉਂਦੀ ਹੈ ਸੁੰਦਰ ਪਹਿਨਾ, ਪਰ ਇਹ ਤੇ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਸੁਪੁੱਤਰ ਸਨ ਤੇ ਕਿੰਨੇ ਸੁੰਦਰ ਪੁਸ਼ਾਕ ਉਹਨਾਂ ਨੂੰ ਪਹਿਨਾਈ ਗਈ ਹੋਏਗੀ। ਨਾਲ ਜ਼ਿਕਰ ਕੀਤਾ ਇੱਕ ਸੋਨੇ ਦਾ ਕੈਂਠਾ ਵੀ ਪਹਿਨਾਇਆ ਗਿਆ। ਸਾਰੇ ਬਰਾਤ ਵਿੱਚ ਵਿਆਹ ਦੀਆਂ ਖੁਸ਼ੀਆਂ ਵਿੱਚ ਖੁਸ਼ ਹਨ। ਜਦੋਂ ਬਰਾਤ ਚੜੀ ਹੈ, ਰਸਤੇ 'ਚ ਜਾ ਰਹੀ ਹੈ, ਸਾਰੇ ਖੁਸ਼ ਹਨ, ਪਰ ਇਸ ਗੁਰੂ ਤੇਗ ਬਹਾਦਰ ਸਾਹਿਬ, ਚਲੋ ਸ਼ਬਦ ਗੁਰੂ ਵਰਤ ਲਿਆ, ਇਹਨਾਂ ਦਾ ਧਿਆਨ ਜਿਹੜਾ ਹੈ ਇੱਕ ਛੋਟੇ ਜਿਹੇ ਬੱਚੇ ਵੱਲ ਗਿਆ। ਛੋਟਾ ਜਿਹਾ ਬੱਚਾ ਉਹਦੇ ਕੋਲ ਗਏ, ਕੀ ਦੇਖਦੇ ਨੇ? ਸਰਦੀ ਦਾ ਮੌਸਮ, ਕੱਪੜੇ ਫਟੇ ਹੋਏ ਸਨ। ਪੁੱਛਿਓ ਨੇ ਕਿ ਤੂੰ ਇੰਨੀ ਠੰਡ ਵਿੱਚ ਵਸਤਰ ਚੱਜ ਦੇ ਢੰਗ ਦੇ ਕਿਉਂ ਨਹੀਂ ਪਾਏ? ਉਹ ਬੱਚਾ ਰੋ ਕੇ ਉੱਤਰ ਦਿੰਦਾ ਹੈ, ਕਹਿਣ ਲੱਗਾ, ਗੁਰੂ ਪੁੱਤਰ ਜੀਓ, ਸਾਡੇ ਘਰ ਵਿੱਚ ਬੜੀ ਗਰੀਬੀ ਹੈ। ਸਾਡੇ ਘਰ ਵਿੱਚ ਇੰਨੀ ਗਰੀਬੀ ਹੈ ਕਿ 2 ਡੰਗ ਦੀ ਖਾਣ ਨੂੰ ਰੋਟੀ ਮਸਾਂ ਮਿਲਦੀ ਹੈ
ਕੱਪੜੇ ਕਿੱਥੋਂ ਮਿਲਣੇ ਸੀ। ਬਸ ਇੰਨੀ ਗੱਲ ਸੁਣੀ, ਐਨੇ ਦਇਆ ਦੇ ਘਰ ਵਿੱਚ ਆਏ। ਗੁਰੂ ਤੇਗ ਬਹਾਦਰ ਮਹਾਰਾਜ ਬਚਪਨ 4 ਸਾਲ ਦੇ ਸਨ, ਆਪਣੇ ਸੁੰਦਰ ਵਸਤਰ ਉਤਾਰ ਕੇ ਦੇ ਦਿੱਤੇ, ਨਾਲ ਸੋਨੇ ਦਾ ਕੈਂਠਾ ਵੀ ਦੇ ਦਿੱਤਾ ਉਸ ਬੱਚੇ ਨੂੰ। ਹੁਣ ਦੇਖੋ, ਵਿਆਹ ਦਾ ਕਾਰਜ ਸੀ, ਤੇ ਜਦੋਂ ਘਰ ਆਏ ਮਾਤਾ ਨਾਨਕੀ ਨੇ ਪੁੱਛਿਆ, ਬੇਟਾ ਉਹ ਵਸਤਰ ਕਿੱਥੇ ਜਿਹੜੇ ਮੈਂ ਪਹਿਨਾਏ ਸਨ? ਕਹਿਣ ਲੱਗੇ, ਮਾਂ ਜਿਸ ਨੂੰ ਲੋੜ ਸੀ ਉਸ ਨੂੰ ਦੇ ਆਇਆ, ਮੈਨੂੰ ਤੇ ਹੋਰ ਮਿਲ ਜਾਣਗੇ, ਤੇ ਉਸ ਦੀ ਲੋੜ ਪੂਰੀ ਕਰ ਆਇਆ। ਸੱਚ ਜਾਣਿਓ, ਧਰਮ ਦੀਆਂ ਗੱਲਾਂ ਕਰਨੀਆਂ, ਧਰਮ ਦੀਆਂ ਗੱਲਾਂ ਸੁਣਨੀਆਂ ਬਹੁਤ ਸੌਖੀਆਂ ਹਨ, ਧਰਮ ਕਮਾਉਣਾ ਬਹੁਤ ਔਖਾ ਹੈ। ਧਰਮ ਦਇਆ ਤੋਂ ਸ਼ੁਰੂ ਹੁੰਦਾ ਹੈ, ਸੰਤੋਖ ਤੋਂ ਸ਼ੁਰੂ ਹੁੰਦਾ ਹੈ। ਧਰਮ ਦਇਆ ਤੇ ਸੰਤੋਖ ਤੋਂ ਪੈਦਾ ਹੁੰਦਾ। ਜਿਸ ਤਰ੍ਹਾਂ ਅਸੀਂ ਰੋਜ਼ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਦੇ ਅੰਦਰ ਦਇਆ ਨਹੀਂ, ਸੰਤੋਖ ਨਹੀਂ, ਉਹ ਧਰਮੀ ਹੋ ਹੀ ਨਹੀਂ ਸਕਦਾ। ਵਾਹਿਗੁਰੂ, ਦਇਆ ਜਿਹੜਾ ਧਰਮ ਹੈ ਉਹ ਦਇਆ ਤੋਂ ਸ਼ੁਰੂ ਹੁੰਦਾ ਹੈ। ਤੁਲਸੀਦਾਸ ਨੇ ਵੀ ਲਿਖਿਆ ਹੈ ਕਿ दया धर्म का मूल है, पाप मूल अभिमान, तुलसी दया न छोड़िए जब लग घट में प्राण। सच्चे पातशाह जी ने उथे 4 साल की उम्र विच इतिहास कहता है, एक बच्चे दा नंगेज नहीं तक पाए, ते जदों इस हिंदुस्तान दी धर्म की चादर नूं लाया जा रहा सी, इस हिंदुस्तान दे उपरों जदों अत दा औरंगजेब ने कहर वरताया, जदों जंजू तिलक ते खतरा पिया, उस वेले 4 साल की उम्र विच एक बच्चे नूं ओदा नंगेज नहीं तक पाए, दया दे कर वस्त्र दे आए। ते जदों हिंदुआं दे धर्म दे खतरा बनिया, उस वेले सच्चे पातशाह अपने शरीर दा ठीकरा फोड़ के, अपने तन दा त्याग करके उन्हां दे धर्म नूं बचा लिया। ताई ते महाराज ने बचन कीते, तिलक जंजू राखा प्रभ ताकत, कीनो बड़ो कलू में साका। सतगुर सच्चे पातशाह जी दा जीवन लंबेरा है। थोड़ी हुण असी बाणी दी गल करांगे। महाराज दी पावन पवित्र बाणी गुरु ग्रंथ साहिब विच 15 रागां विच दर्ज है। एक राग महाराज सच्चे पातशाह जी ने अपना उचारिया, वो जैजावंती राग 31वां राग है। 15 रागां च बाणी ते सच्चे पातशाह जी ने जिहड़ी बाणी दा वेरवा है, वो 59 शब्द ते 57 श्लोक हैं। ते सारी बाणी विद्वान कहते हैं, जिहड़े टिक के 9वें पातशाह दी बाणी पढ़ते हैं, उन्होंने महसूस किया है, धन गुरु तेग बहादुर सच्चे पातशाह जी की बाणी जदों बाणी उचारते हैं, मानो ये बाणी उचार किते भी रहे हैं, भावें वो पंजाब की धरती ते बैठे ने, भावें वो सच्चे पातशाह जी असाम वल गए उथे उचारे, भावें पटना साहब के थां ते किते भी बाणी जिथे भी विचरे उचारते हैं, पर सच्चे पातशाह जी की बाणी उचारते महाराज सच्चे पातशाह जी तैयारी अपनी शहादत की कर रहे हैं। इस गल नूं नुकते नूं समझियो, क्योंकि सतगुर सच्चे पातशाह की सारी बाणी त्याग, बैराग ते अनुराग नाल भरी है। मौत का चिंतन कराउंदी है। मानो सच्चे पातशाह जी की बाणी जदों उचारते हैं सच्चे पातशाह, मानो सतगुर नूं ओ दिल्ली चांदनी चौक नजर आ रहा है कि उथे जाके मेरा सीस लगना है। सच्चे पातशाह जी अपनी बाणी दे विचों वो संकेत दे रहे हैं। सतगुरु महाराज दे 59 शब्द 57 श्लोक। तो असी हुण मैं शुरुआत विच एक शब्द मंगलाचरण के रूप विच पढ़िया। महाराज ने मन नूं संबोधन करके बहुत सारी बाणी उचारण की, क्योंकि धर्म का सीधा संबंध मन नाल है। शरीर ते केवल साधन है। शरीर नूं तुसी बिठा सकते हो, पर शरीर दे नाल जिन्नी देर तक मन तक बाणी दा असर नहीं जाता, उन्नी देर तक अंदरों धर्म नूं कमाया नहीं जा सकता। कई बारी शरीर बैठा हुंदा है ते मन किधरे होर उडारियां मारदा।
ਆ ਇੱਕ ਬਚਨ ਮਹਾਰਾਜ ਦਾ ਅਸੀਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਹਨ, ਮਨ ਨੂੰ ਅਗਰ ਇਹਦੇ ਅੰਦਰੋਂ ਔਗਣਾਂ ਨੂੰ ਖਤਮ ਨਹੀਂ ਕੀਤਾ, ਦੋ ਵੱਡੇ ਔਗਣਾਂ ਦਾ ਜ਼ਿਕਰ ਕੀਤਾ, ਬੰਦਿਆ ਤੂੰ ਧਰਮੀ ਹੋ ਨਹੀਂ ਸਕਦਾ। ਭਾਵੇਂ ਤੂੰ ਗੁਰਦੁਆਰੇ ਬੈਠਾ ਹੈ, ਭਾਵੇਂ ਕਿਤੇ ਬੈਠਾ ਹੈ, ਤੂੰ ਦੋ ਔਗਣਾਂ ਦਾ ਤਿਆਗ ਕਰ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਪਰਾਈ ਇਸਤਰੀ ਤੇ ਪਰਾਈ ਨਿੰਦਿਆ ਨੂੰ ਛੱਡ ਦੇ। ਸਤਿਗੁਰੂ ਮਹਾਰਾਜ ਦਾ ਪਹਿਲਾ ਸ਼ਬਦ ਗੌੜੀ ਰਾਗ ਤੋਂ ਸ਼ੁਰੂ ਹੁੰਦਾ ਹੈ। ਰਾਗ ਗੌੜੀ ਮਹੱਲਾ 9ਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਸੀਂ ਉਸੇ ਦੀ ਵਿਆਖਿਆ ਕਰਨੀ ਹੈ। ਸ਼ੁਰੂਆਤ ਵੇਖੋ ਮੈਂ ਹੁਣ ਦੇਖੋ, ਸ਼ੁਰੂਆਤ ਕੀਤੀ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ ਰਹਾਓ। ਅੱਛਾ, ਜਿੰਨੇ ਵੀ ਮਹਾਰਾਜ ਦੇ ਸ਼ਬਦ ਹਨ, ਸਾਰੇ ਸ਼ਬਦਾਂ ਵਿੱਚ ਜਿੰਨੇ ਵੀ 59 ਸ਼ਬਦ, ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਵਿੱਚ ਕਿਤੇ ਦੂਜਾ ਬੰਦ ਰਹਾਉ ਦਾ, ਕਿਤੇ ਕਿਤੇ 4-4 ਵਾਰੀ ਰਹਾਉ ਆਇਆ। ਭਾਵ ਸਾਹਿਬ ਕਹਿੰਦੇ ਹਨ, ਤੂੰ ਪਹਿਲੀਆਂ ਹੀ 2 ਪੰਕਤੀਆਂ ਰਹਾਉ ਦੀਆਂ, ਮਤਲਬ ਠਹਿਰਾਓ ਕੇਂਦਰੀ ਭਾਵ, ਇਹ ਟਿਕ ਕੇ 2 ਪੰਕਤੀਆਂ ਹੀ ਵਿਚਾਰ ਲਿਓ, ਤੁਹਾਡਾ ਪਾਰ ਉਤਾਰਾ ਹੋ ਜਾਏਗਾ। 2 ਪੰਕਤੀਆਂ ਪਹਿਲੀਆਂ ਸਾਰੀਆਂ 2 ਪੰਕਤੀਆਂ ਤੁਸੀਂ ਬਾਣੀ ਪੜ੍ਹਿਓ ਤੇ ਉਹਦੇ ਚ ਮਹਾਰਾਜ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਉਚਾਰਨ ਕਰਦੇ। ਸਾਹਿਬ ਨੇ ਪਹਿਲੀ ਗੱਲ ਕੀਤੀ ਮਾਨ ਦੀ, ਸ਼ੁਰੂਆਤ ਮਾਨ ਤੋਂ ਕੀਤੀ ਹੈ। ਸੱਚੀ ਬੰਦੇ ਨੂੰ ਮਾਨ ਮਤਲਬ ਹੰਕਾਰ ਹੀ ਸਭ ਤੋਂ ਵੱਡਾ ਔਗਣ ਹੈ। ਹੰਕਾਰ ਹੀ ਬੰਦੇ ਨੂੰ ਅੰਦਰੋਂ ਸ਼ਾਂਤ ਨਹੀਂ ਹੋਣ ਦਿੰਦਾ, ਟਿਕਣ ਨਹੀਂ ਦਿੰਦਾ। ਹੰਕਾਰ ਹੀ ਬੰਦੇ ਨੂੰ ਰੱਬ ਤੋਂ ਦੂਰੀ ਬਣਾਉਂਦਾ ਹੈ। ਸਾਹਿਬ ਨੇ ਕਿਹਾ, ਬਾਣੀ ਚ ਵੀ ਲਿਖਿਆ ਹੈ, ਹਉਮੈ ਜਾਈ ਤਾਂ ਕੰਤ ਸਮਾਈ। ਹਉਮੈ ਚਲੀ ਜਾਏ ਤਾਂ ਰੱਬ ਨਾਲ ਮੇਲ ਹੋ ਜਾਂਦਾ। ਇਹ ਵੀ ਇਹੀ ਦੀਵਾਰ ਬਣ ਕੇ ਖੜਾ ਹੈ। ਹਉ ਪੀਤ ਪਇਓ ਹੈ ਵਿਚੋ, ਬਿਨ ਪੇਖੇ ਦੁਰਾਇਓ, ਪਾਂਬੀਰੀ ਕੇ ਪਾਤ ਪਰਦੋ। ਹਉ ਪੀਤ ਪਇਓ ਹੈ ਵਿਚੋ, ਸੁਨਤ ਦੇਸ ਨਿਕਟਾਇਓ, ਪਾਂਬੀਰੀ ਕੇ ਪਾਤ ਪਰਦੋ, ਬਿਨ ਪੇਖੇ ਦੁਰਾਇਓ। ਸਾਹਿਬ ਕਹਿੰਦੇ, ਰੱਬ ਦਾ ਕਰ ਅਸੀਂ ਬੜਾ ਨੇੜੇ ਸੁਣਦੇ ਆਂ, ਉਹ ਬਿਲਕੁਲ ਸਾਡੇ ਅੰਗ ਸੰਗ ਨੇੜੇ। ਕਹਿ ਰਵਿਦਾਸ ਹਾਥ ਪੈ ਨੇੜੇ, ਪਰ ਦਿਸਦਾ ਕਿਉਂ ਨਹੀਂ। ਸਾਹਿਬ ਕਹਿੰਦੇ, ਵਿਚਕਾਰ ਕੰਧ ਹੈ, ਔਰ ਕੰਧ ਵੀ ਜਿਹੜੀ ਬੜੀ ਬਾਰੀਕ, ਪੰਬੀਰੀ ਤਿਤਲੀ ਦੇ ਪੰਖਾ ਜਿੰਨੀ ਕੰਧ ਹੈ, ਪਰ ਕੰਧ ਤੇ ਕੰਧ ਹੈ, ਭਾਵੇਂ ਛੋਟੀ ਹੋਵੇ। ਤਾਈਓ ਮਹਾਰਾਜ ਨੇ ਪਹਿਲਾ ਉਪਦੇਸ਼ ਕੀਤਾ, ਮਾਨ ਛੱਡ, ਹੰਕਾਰ ਛੱਡ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗ। ਇਹਦੇ ਨਾਲ ਕਾਮ ਛੱਡ, ਕ੍ਰੋਧ ਛੱਡ, ਸੰਗਤ ਦੁਰਜਨ ਕੀ, ਪੈੜੇ ਬੰਦਿਆਂ ਦੀ ਜਿਹੜੀ ਕੁਸੰਗਤ ਕਰਦਾ ਉਹਦਾ ਵੀ ਤਿਆਗ ਕਰਦੇ, ਜੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦਾ। ਇਸ ਤੋਂ ਅੱਗੇ ਸੱਚੇ ਪਾਤਸ਼ਾਹ ਨੇ ਉਪਦੇਸ਼ ਕੀਤੇ ਕਿ ਬੰਦੇ ਦੇ ਜੀਵਨ ਵਿੱਚ ਸੁੱਖ ਵੀ ਆਉਂਦਾ ਹੈ ਤੇ ਦੁੱਖ ਵੀ ਆਉਂਦਾ ਹੈ। ਸੁੱਖ ਬੰਦੇ ਨੂੰ ਆਲਸੀ ਬਣਾ ਦਿੰਦਾ ਹੈ ਤੇ ਦੁੱਖ ਬੰਦੇ ਨੂੰ ਅੰਦਰੋਂ ਹਿਲਾ ਕੇ ਰੱਖ ਦਿੰਦਾ ਹੈ। ਸੁੱਖ ਦੀ ਬੰਦਾ ਲਾਲਸਾ ਕਰਦਾ, ਦੁੱਖਾਂ ਤੋਂ ਘਬਰਾਉਂਦਾ ਹੈ। ਇਹ ਸਾਡੇ ਸਾਰਿਆਂ ਦੀ ਹਾਲਤ ਹੈ। ਅਸੀਂ ਸੁੱਖ ਚਾਹੁੰਦੇ ਹਾਂ, ਇਸ ਲਈ ਦੇਖੋ ਜਿੰਨੀਆਂ ਅਰਦਾਸਾਂ ਹੁੰਦੀਆਂ ਨੇ, ਸਭ ਸੁੱਖਾਂ ਲਈ ਅਰਦਾਸਾਂ ਕਰਦੇ ਆ, ਦੁੱਖਾਂ ਦੀ ਅਰਦਾਸ ਕੌਣ ਕਰਦਾ? ਪਰ ਬਾਣੀ ਦੇ ਵਿੱਚ ਮਹਾਰਾਜ ਨੇ ਇਹ ਸਪਸ਼ਟ ਕਹਿ ਦਿੱਤਾ ਹੈ, ਤੁਹਾਡੇ ਜੀਵਨ 'ਚ ਸੁੱਖ ਆਏਗਾ ਤੇ ਦੁੱਖ ਵੀ ਆਏਗਾ। ਜਿਵੇਂ ਰੋਜ਼ ਹਰ ਸਮੇਂ ਬੰਦਾ ਇੱਕੋ ਜਿਹੇ ਕੱਪੜੇ ਨਹੀਂ ਪਹਿਨਦਾ। ਜਿਹੜੇ ਕੱਪੜੇ ਅੱਜ ਪਹਿਨੇ ਉਹ ਕੱਲ ਨੂੰ ਉਤਾਰ ਦੇਵਾਂਗੇ, ਜਿਹੜੇ ਕੱਲ ਪਹਿਨੇ ਉਹ ਪਰਸੋਂ ਉਤਾਰ ਦੇਣੇ ਹਨ। ਐਵੇਂ ਕਦੀ ਸੁੱਖ ਨੇ ਆਉਣਾ ਤੇ ਕਦੀ ਦੁੱਖ ਨੇ ਆਉਣਾ। ਕੀਤੇ ਕਰਮਾਂ ਅਨੁਸਾਰ ਹੈ। ਦੂਜੀ ਪੌੜੀ ਸਾਹਿਬ ਨੇ ਕਹਿ ਦਿੱਤਾ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ। ਪਰ ਬੰਦਾ ਇਸ ਗੱਲ ਨੂੰ ਕਬੂਲ ਨਹੀਂ ਕਰਦਾ। ਉਹ ਕਹਿੰਦਾ ਨਹੀਂ, ਮੈਨੂੰ ਸੁੱਖ ਦੇ ਦੁੱਖ ਨਾ ਦੇ। ਸਾਹਿਬ ਕਹਿੰਦੇ ਦੁੱਖ ਆਵੇਗਾ ਸੁੱਖ ਵੀ ਆਏਗਾ, ਇਹਨਾਂ ਨੂੰ ਬਰਾਬਰ ਕਰਕੇ ਜਾਣ। ਇੱਕ ਹੋਰ ਬਚਨ ਸਾਹਿਬ ਦਾ ਅਸੀਂ ਪੜ੍ਹਦੇ ਹਾਂ, ਉਹਦੇ ਚ ਮਹਾਰਾਜ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ। ਜੋ ਬੰਦਾ ਦੁੱਖ ਦੇ ਵਿੱਚ ਦੁੱਖ ਮਹਿਸੂਸ ਨਾ ਕਰੇ ਤੇ ਸੁੱਖਾਂ ਦੀ ਜਿਹਦੇ ਅੰਦਰ ਲਾਲਸਾ ਨਾ ਹੋਵੇ, ਸੁੱਖਾਂ ਦੀ ਇੱਛਾ ਨਾ ਹੋਵੇ, ਔਰ ਜਿਹੜਾ ਕੰਚਨ ਮਾਟੀ ਕਿਸੇ ਤਰ੍ਹਾਂ ਦੇ ਸੰਸਾਰੀ ਡਰ ਤੋਂ ਵੀ ਮੁਕਤ ਹੋਵੇ ਤੇ ਸੋਨਾ ਤੇ ਮਿੱਟੀ ਉਹਦੀਆਂ ਨਜ਼ਰਾਂ 'ਚ ਇੱਕ ਸਮਾਨ ਹੋਵੇ, ਵਹੀ ਬ੍ਰਹਮ ਗਿਆਨੀ ਹੈ। ਅੱਗੇ ਜਾ ਕੇ ਸਾਹਿਬ ਨੇ ਇਸ ਵਿੱਚ ਅੰਤ ਵਿੱਚ ਕਹਿ ਦਿੱਤਾ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਬੜੀ ਵੱਡੀ ਔਖੀ ਅਵਸਥਾ ਹੈ, ਕਹਿਣਾ ਬੜਾ ਸੌਖਾ। ਮੈਂ ਬੇਨਤੀ ਕਰਦੇ ਹਾਂ, ਬੜੇ ਬੜੇ ਬੰਦੇ ਡੋਲ ਜਾਂਦੇ ਹਨ,
ਦੁੱਖ ਤੇ ਸੁੱਖ ਇੱਕ ਸਮਾਨ ਲੱਗੇ। ਚੇਤੇ ਰੱਖੋ, ਇਹ ਫਿਰ ਮੈਂ ਬੇਨਤੀ, ਇਹ ਗੱਲਾਂ ਬਾਤਾਂ ਨਾਲ ਨਹੀਂ, ਇਹ ਅੰਮ੍ਰਿਤ ਵੇਲੇ ਦੇ ਨਾਮ ਅਭਿਆਸ ਨਾਲ ਹੀ ਹੋਣਾ ਹੈ। ਇਹ ਬਾਣੀ ਦੇ ਅਭਿਆਸ ਸੰਗਤ ਨਾਲ ਹੀ ਹੋਣਾ ਹੈ। ਜਦੋਂ ਅਵਸਥਾ ਬਣੇਗੀ ਭਾਣਾ ਮੰਨਣ ਦੀ, ਇਹ ਵਾਹਿਗੁਰੂ ਤੇਰੇ ਭਾਣੇ ਵਿੱਚ ਸੁੱਖ ਹੈ, ਤੇਰੇ ਭਾਣੇ 'ਚ ਦੁੱਖ ਹੈ, ਫਿਰ ਅਵਸਥਾ ਆਏਗੀ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹ ਅਵਸਥਾ ਤੂੰ ਦੇ ਰਿਹਾ ਹੈ, ਸੁਖ ਤੂੰ ਦੇ ਰਿਹਾ। ਮਨ ਮੂਰਖ ਕਾਹੇ ਬਿਰਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁਖ ਪ੍ਰਭ ਦੇਵਨ ਹਾਰ। ਜੇ ਵਿਚਕਾਰ ਜੋ ਕਾਰਨ ਹੁੰਦਾ ਹੈ, ਬੰਦਾ ਕੀ ਕਰਦਾ ਹੈ, ਦੁੱਖ ਆਇਆ ਮੈਨੂੰ ਸੁੱਖ ਆਇਆ, ਵਿੱਚ ਕੋਈ ਕਾਰਨ ਬਣਦਾ ਜਾਂ ਕੋਈ ਮਨੁੱਖ ਬਣ ਜਾਏਗਾ ਕੋਈ, ਉਹ ਬੰਦਾ ਕਾਰਨ ਨੂੰ ਲੱਭਦਾ ਹੈ। ਜੇ ਦੁੱਖ ਆਇਆ ਤੇ ਉਹਦੇ ਪ੍ਰਤੀ ਈਰਖਾ ਕਰੇਗਾ, ਜੇ ਸੁੱਖ ਆਇਆ ਉਹਦੇ ਪ੍ਰਤੀ ਮੋਹ ਵਿੱਚ ਜਕੜਿਆ ਜਾਏ। ਇਸ ਗੱਲ ਨੂੰ ਬਰੀਕੀ ਨਾਲ ਸਮਝਿਓ। ਬੰਦਾ ਉੱਥੇ ਮਾਰ ਖਾਂਦਾ ਹੈ। ਸਾਹਿਬ ਕਹਿੰਦੇ ਨਹੀਂ, ਸੁੱਖ ਵੀ ਉਹਦੀ ਕਿਰਪਾ ਨਾਲ ਹੈ, ਦੁੱਖ ਵੀ ਹੈ ਉਹ ਦੇ ਰਿਹਾ, ਪਰ ਤੇਰੇ ਕੀਤੇ ਕਰਮ ਅਨੁਸਾਰ। ਤੂੰ ਦੋਹਾਂ ਅਵਸਥਾ ਵਿੱਚ ਉਸ ਮਾਲਕ ਵੱਲ ਵੇਖ। ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਅੱਗੇ ਚੱਲੋ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਤੇਰਾ ਮਾਨ ਹੋਵੇ, ਸਨਮਾਨ ਹੋਵੇ, ਤੇ ਭਾਵੇਂ ਤੇਰਾ ਅਪਮਾਨ ਹੋਵੇ, ਤੇਰੀ ਕੋਈ ਤੇਰਾ ਬੇਇੱਜ਼ਤੀ ਕਰ ਦੇਵੇ, ਤਾਂ ਵੀ ਤੈਨੂੰ ਅੰਦਰ ਨੂੰ ਮਹਿਸੂਸ ਨਾ ਹੋਵੇ। ਜਿਵੇਂ ਚੌਥੇ ਪਾਤਸ਼ਾਹ ਦਾ ਬਚਨ ਹੈ ਮਹਾਰਾਜ ਦਾ, ਜੋ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਫਿਰ ਮੈਂ ਕਹਿ ਦਿਆਂ, ਦੇਖੋ ਮੈਂ ਕਥਾ ਕਰ ਰਿਹਾ, ਗੱਲੀ ਬਾਤੀ ਨਹੀਂ। ਇਹ ਅੰਦਰੋਂ ਰੱਬ ਨਾਲ ਬੰਦਾ ਜਦੋਂ ਬਿਲਕੁਲ ਅੰਦਰੋਂ ਜੁੜਦਾ ਹੈ ਨਾ, ਭਾਣੇ ਵਿੱਚ ਜਿਉਂਦਾ ਹੈ, ਉਦੋਂ ਫਿਰ ਇਹ ਸਭ ਕੁਝ ਰੱਬ ਦੇ ਭਾਣੇ ਵਿੱਚ, ਭਾਵੇਂ ਦੁੱਖ ਤੇ ਸੁੱਖ ਮਾਨ ਅਪਮਾਨ, ਉਦੋਂ ਚੰਗਾ ਲੱਗਦਾ ਹੈ। ਉਹਦੇ ਭਾਣੇ ਵਿੱਚ ਮਾਨ ਅਪਮਾਨ। ਇਸ ਤੋਂ ਅੱਗੇ ਸਾਹਿਬ ਕਹਿੰਦੇ, ਹਰਕ ਸੋਗ ਤੇ ਰਹਿ ਅਤੀਤਾ, ਖੁਸ਼ੀ ਤੇ ਗਮੀ। ਇਹ ਵੀ ਦੋਵੇਂ ਚੀਜ਼ਾਂ ਜ਼ਿੰਦਗੀ 'ਚ ਚੱਲਦੀਆਂ ਨੇ, ਕਿਉਂਕਿ ਜ਼ਿੰਦਗੀ ਦੀ ਇਹ ਜਿਹੜੀ ਗੱਡੀ ਹੈ, ਉਹ ਦੁੱਖ ਤੇ ਸੁੱਖ ਤੇ ਖੁਸ਼ੀ ਤੇ ਗਮੀ, ਹਰਕ ਤੇ ਸੋਗ ਦੇ ਦੋ ਟਾਇਰਾਂ ਤੇ ਚੱਲਣੀ ਹੈ, ਦੋ ਪਹੀਆਂ ਤੇ ਚੱਲਣੀ ਹੈ। ਐਸਾ ਨਹੀਂ ਹੈ ਕਿ ਸਦਾ ਲਈ ਸੁਖ ਰਵੇ ਦੁੱਖ ਰਵੇ, ਸਦਾ ਲਈ ਖੁਸ਼ੀ ਜਾਏ, ਇਹ ਬਦਲਦੇ ਰਹਿਣਗੇ ਹਾਲਾਤ। ਤੋ ਸਾਹਿਬ ਕਹਿੰਦੇ, ਖੁਸ਼ੀ ਆਵੇ ਗਮੀ ਆਵੇ, ਹਰਖ ਆਵੇ ਸੋਗ ਆਵੇ, ਰਹੇ ਅਤੀਤਾ। ਉਹ ਅਤੀਤ, ਅਤੀਤ ਮਤਲਬ ਇਸ ਤੋਂ ਉੱਪਰ ਉੱਠ ਜਾਏ। ਤਿੰਨ ਜਗ ਤਤ ਪਛਾਨਾ, ਉਸਨੇ ਜ਼ਿੰਦਗੀ ਦਾ ਤਤ ਸਮਝ ਲਿਆ, ਉਹ ਤਤ ਤੇ ਪਹੁੰਚ ਗਿਆ, ਜਗਤ ਦੇ ਮੂਲ ਨੂੰ ਉਸਨੇ ਸਮਝ ਲਿਆ। ਇਸ ਤੋਂ ਅੱਗੇ ਮਹਾਰਾਜ ਕਹਿੰਦੇ ਆ, ਉਸਤਤ ਨਿੰਦਾ ਦੋਉ ਤਿਆਗੈ, ਖੋਜੇ ਪਦ ਨਿਰਵਾਣਾ। ਉਸਤਤ ਤੇ ਨਿੰਦਾ ਨੂੰ ਵੀ ਤਿਆਗ ਦੇਵੇ। ਬੰਦੇ ਦਾ ਇੱਕ ਸੁਭਾਅ ਹੈ, ਮਨੁੱਖ ਜਿਸ ਤੋਂ ਕੁਝ ਲੈਣਾ ਹੋਵੇ, ਕੋਈ ਸਵਾਰਥ ਹੋਵੇ, ਗਰਜ ਹੋਵੇ, ਉਹਦੀ ਉਸਤਤ, ਉਹਦੀ ਝੂਠੀ ਖੁਸ਼ਾਮਦ ਵੀ ਕਰਦਾ ਹੈ, ਵਡਿਆਈ ਕਰਦਾ ਹੈ, ਪਿੱਠ ਪਿੱਛੇ ਨਿੰਦਾ ਕਰਦਾ ਹੈ, ਮੂੰਹ ਤੇ ਉਸਤਤ ਕਰਦਾ ਹੈ। ਬੰਦਾ ਬਚ ਨਹੀਂ ਸਕਦਾ, ਇਹ ਔਗਣ ਨੇ, ਸੁਭਾਵਿਕ ਤੌਰ ਤੇ ਨੇ। ਮਹਾਰਾਜ ਕਹਿੰਦੇ ਦੋਹਾਂ ਨੂੰ ਛੱਡ ਦੇ, ਬਚ ਨਹੀਂ ਸਕਦਾ। ਪਰ ਇਹ ਮੈਂ ਬੇਨਤੀ ਕੀਤੀ, ਸਿੱਖਾਂ ਨੇ 10ਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਮਹਾਰਾਜ ਬੰਦੇ ਦਾ ਸੁਭਾਅ ਹੈ ਉਸਤਤ ਵੀ ਕਰਨੀ ਤੇ ਨਿੰਦਾ ਵੀ ਬੰਦਾ ਕਰਦਾ, ਕਿਵੇਂ ਬਚਿਆ ਜਾਏ? ਸਾਹਿਬ ਕਹਿੰਦੇ ਦੋਵੇਂ ਹੀ ਕਰੋ, ਉਸਤਤ ਵੀ ਕਰੋ ਤੇ ਨਿੰਦਾ ਵੀ ਕਰੋ। ਸਿੱਖ ਬੜੇ ਹੈਰਾਨ ਹੋਏ, ਪਾਤਸ਼ਾਹ ਇਹ ਕੀ? ਦੋਨੋਂ, ਹਾਲਾਂਕਿ ਬਾਣੀ ਕਹਿੰਦੀ ਦੋਵੇਂ ਤਿਆਗੇ ਵੀ, ਪਰ ਇਹ ਸਾਖੀ ਸਮਝਣ ਲਈ ਮਹਾਰਾਜ ਕਹਿਣ ਲੱਗੇ, ਹਾਂ ਜਦੋਂ ਮਨ ਵਿੱਚ ਉਸਤਤ ਕਰਨ ਦੀ ਇੱਛਾ ਪੈਦਾ ਹੋਵੇ ਤੇ ਉਸਤਤ ਕਰੋ ਉਸ ਰੱਬ ਦੀ। ਜਦੋਂ ਨਿੰਦਾ ਦੀ ਅੰਦਰੋਂ ਪ੍ਰਵਿਰਤੀ ਪੈਦਾ ਹੋਵੇ ਤੇ ਨਿੰਦਾ ਕਰੋ ਆਪਣੀ। ਦੋ ਪ੍ਰਮਾਣ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਹਦੀ ਉਸਤਤ ਕਰ, ਉਹਦੀਆਂ ਵਡਿਆਈਆਂ ਕਰ, ਉਸ ਮਾਲਕ ਦੀ ਸਿਫਤ ਸਲਾਹ ਕਰ। ਦੇਖੋ, ਸਿਫਤ ਸਲਾਹ ਤੇ ਅਰਦਾਸ ਨਾਲ ਹੀ ਅੰਦਰ ਦਾ ਪਰਦਾ ਦੂਰ ਹੋਵੇਗਾ। ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਉਸਤਤ ਤੇ ਨਿੰਦਾ ਜੀ, ਨਿੰਦਾ ਆਪਣੀ ਕਰੋ। ਸੁਖਮਨੀ ਸਾਹਿਬ ਦਾ ਵਚਨ ਹੈ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਆਪਣੇ ਔਗਣਾਂ ਨੂੰ ਦੇਖੇ। ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਬਾਨਾ। ਉੱਚਾ ਪਦ ਨਿਰਵਾਣ, ਵਾਸ਼ਨਾ ਰਹਿਤ ਪਦ, ਉਸ ਦੀ ਖੋਜ ਕਰ, ਉਹਨੂੰ ਲੱਭ। ਉਦੋਂ ਮੈਂ ਬੇਨਤੀ ਕੀਤੀ ਸੀ ਕਿ ਦੇਖੋ ਬੰਦਾ ਲੱਭਦਾ ਹੈ,
ਹਰ ਬੰਦਾ, ਤੁਸੀਂ ਦੇਖੋ ਸਾਡੇ ਇੰਦਰੇ ਕੁਝ ਲੱਭ ਰਹੇ ਨੇ, ਅੰਦਰੋਂ ਮਨ ਭੁੱਖਾ ਹੈ ਨਾ ਜੀ, ਇਹ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਭੁੱਖਾ ਬੰਦਾ ਭਟਕਦਾ ਹੈ, ਜਿਵੇਂ ਸਰੀਰ ਨੂੰ ਭੁੱਖ ਲੱਗੀ ਹੋਵੇ ਤੇ ਰਸੋਈ ਨੂੰ ਭਜਦਾ ਹੈ, ਇਵੇਂ ਮਨ ਆਤਮਿਕ ਤੌਰ ਤੇ ਮਨ ਭਜਨ ਤੋਂ ਭੁੱਖਾ ਹੋਵੇ ਬੰਦਾ ਬਾਹਰੋਂ ਤੌਰ ਤੇ ਇੰਦਰੀਆਂ ਰਾਹੀਂ ਬਾਹਰ ਭਟਕਦਾ ਹੈ। ਅੱਖਾਂ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ, ਰਸਨਾ ਦੀ, ਸਾਰੇ ਪੰਜੋਂ ਇੰਦਰੇ ਆਪਣੇ ਆਪਣੇ ਤੌਰ ਤੇ ਬਾਹਰ ਭਟਕਦੇ ਹਨ, ਪਰ ਬਾਹਰੋਂ ਲੱਭਦੇ ਹਨ ਇੱਕ ਪਦਾਰਥਾਂ ਤੋਂ, ਮਾਇਆ ਤੋਂ ਆਪਣੀ ਭੁੱਖ ਮਿਟਾਉਣੀ ਚਾਹੁੰਦੇ ਹਨ। ਪਰ ਮਹਾਰਾਜ ਕਹਿੰਦੇ ਨਹੀਂ, ਇਹ ਕਦੀ ਨਹੀਂ ਹੋ ਸਕਦਾ, ਭੁੱਖ ਮਿਟ ਨਹੀਂ ਸਕਦੀ ਹੈ। ਸਾਰੀ ਉਮਰ ਸਹਿਸ ਕਟੇ, ਲੱਖ ਕੋਟ ਤਾਵੇ ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨੇਕ ਭੋਗ ਵਿਖਿਆ ਕੇ ਕਰੇ। ਇਹ ਪੰਕਤੀ ਬੜੀ ਕੀਮਤੀ ਹੈ, ਸਮਝੋ। ਅਨੇਕ ਭੋਗ, ਇੱਕ ਦੋ ਨਹੀਂ, ਸਾਰੀ ਉਮਰ ਤੂੰ ਰਾਜਾ ਬਣ ਜਾਏ ਤੇ ਸਾਰੀ ਉਮਰ ਸੁੱਖਾਂ ਦੇ ਭੋਗ ਭੋਗੇ ਤਾਂ ਵੀ ਨਹੀਂ ਰੱਜ ਸਕਦਾ। ਬੜੇ ਬੜੇ ਰਾਜਨ ਅਰ ਪੂਮਨ ਤਾਂ ਕੀ ਤ੍ਰਿਸ਼ਨਾ ਬੂਝੀ, ਅਨੇਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇ, ਖੱਪ ਖੱਪ ਮਰੈ। ਖੱਪ ਖੱਪ ਕੇ ਮਰਦਾ ਹੈ, ਕਰਦਾ ਹੈ, ਫਿਰ ਪਛਤਾਉਂਦਾ ਹੈ, ਵਾਸ਼ਨਾ ਦੇ ਭੋਗ ਭੋਗਦਾ ਹੈ। ਸਾਹਿਬ ਕਹਿਣ ਲੱਗੇ ਸੱਚ ਹੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਚਿਕ। ਆਜ ਖੋਜੇ ਪਦ ਨਿਰਵਾਣਾ ਦਾ ਮਤਲਬ ਸੰਤੋਖ ਵਾਲੀ ਬਿਰਤੀ, ਸਬਰ ਵਾਲੀ ਬਿਰਤੀ ਵਾਲੇ ਪਾਸੇ ਆਖ, ਐਸਾ ਰਸ ਲੱਭ ਕਿ ਐਸੀ ਅਵਸਥਾ ਹੋਵੇ ਤੈਨੂੰ ਅੰਦਰੋਂ ਆਪਣੇ ਆਪ ਨੂੰ ਤੈਨੂੰ ਰਜੇਵਾਂ ਮਹਿਸੂਸ ਹੋਵੇ, ਤਸੱਲੀ ਮਹਿਸੂਸ ਹੋਵੇ। ਉਹ ਹੈ ਨਾਮ, ਨਾਮ ਨਾਲ ਤੂੰ ਰੱਜ ਸਕਦਾ ਹੈ। ਤ੍ਰਿਸ਼ਨਾ ਬੂਝੈ ਹਰ ਕੇ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਸਾਹਿਬ ਕਹਿੰਦੇ ਖੋਜੇ ਪਦ ਨਿਰਵਾਣਾ, ਅੰਤ ਵਿੱਚ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੋ ਗੁਰਮੁਖ ਜਾਨਾ। ਇਹ ਖੇਡ ਹੈ ਕਠਨ, ਦੁਨੀਆ ਦੇ ਲੋਕ ਬਾਲਕੀ ਖੇਡਾਂ ਖੇਡਦੇ, ਸਾਹਿਬ ਕਹਿੰਦੇ ਆਹ ਖੇਡ ਖੇਡੋ। ਇੱਕ ਖੇਡ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਕਿ ਉਹ ਖੇਡ ਖੇਡੋ, ਉਹ ਹੈ ਪ੍ਰੇਮ ਦੀ ਖੇਡ ਹੈ ਜੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਤੀਜੈ ਕਾਣ ਨਾ ਕੀਜੈ। ਸਾਹਿਬ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਭਾਵੇਂ ਕਠਨ ਹੈ ਖੇਡ, ਪਰ ਜੋ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਗੁਰਮੁਖ ਬਣਦਾ ਹੈ, ਉਹ ਇਸ ਖੇਡ ਨੂੰ ਸਮਝ ਜਾਂਦਾ ਹੈ ਤੇ ਆਪਣਾ ਜੀਵਨ ਸਫਲ ਕਰਦਾ ਹੈ। ਸਾਹਿਬ ਨੇ ਸ਼ੁਰੂਆਤ ਕੀਤੀ ਸਾਧੋ ਮਨ ਕਾ ਮਾਨ ਤਿਆਗ, ਮਾਨ ਛੱਡ। ਆਹ ਸ਼ਬਦ ਪੂਰਾ ਜਿਹੜਾ ਕਮਾ ਲਵੇਗਾ, ਮਾਨ ਛੱਡ ਦੇਵੇਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡੇਗਾ, ਖੁਸ਼ੀ ਤੇ ਗਮੀ ਸੁੱਖ ਤੇ ਦੁੱਖ ਨੂੰ ਇੱਕ ਬਰਾਬਰ ਜਾਣੇਗਾ, ਮਾਨ ਅਪਮਾਨ ਉਸ ਨੂੰ ਅੰਦਰੋਂ ਤੰਗ ਨਹੀਂ ਕਰੇਗਾ, ਉਸਤਤ ਤੇ ਨਿੰਦਿਆ ਨੂੰ ਉੱਪਰ ਉੱਠ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਉਹਦੀ ਅਵਸਥਾ ਕੀ ਬਣੇਗੀ। ਅੰਤਲਾ ਸ਼ਲੋਕ ਹੈ, ਸਾਹਿਬ ਕਹਿੰਦੇ ਹਨ ਉਥੇ ਫਿਰ ਮਹਾਰਾਜ ਨੇ ਮਾਨ ਨਾਮ ਵਿੱਚ ਬਦਲ ਗਿਆ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।